ਵਾਹਿਗੁਰੂ ਸਾਹਿਬ ਜੀਓ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ। ਕਿਆ ਕਥੈ ਕਥਨ ਹਾਰ, ਗੁਰ ਸਮਰੱਥ ਅਪਾਰ ਗੁਰ, ਵਡ ਭਾਗੀ ਦਰਸ਼ਨ ਹੋਏ। ਗੁਰ ਅਗੋਚਰ ਨਿਰਮਲਾ, ਗੁਰ ਜੀਵਡ ਅਵਰ ਨਾ ਕੋਇ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਇ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਇ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੋਦਿਆਂ, ਗੁਰ ਬਿਨ ਘੋਰ ਅੰਧਾਰ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ, ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਹਜੂਰ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜੂਰੀ ਅੰਦਰ ਜੋੜ ਮਿਲ ਬੈਠ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਦੇ ਸਦਕਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਕੀਰਤਨ ਕਥਾ ਵਿਚਾਰ ਸ਼ਰਵਣ ਕਰਨ ਦਾ ਸਾਨੂੰ ਹਰ ਰੋਜ਼ ਪਾਵਨ ਪਵਿੱਤਰ ਇਹ ਵਡਭਾਗ ਸਮਾਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਦੀ ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਹੈ, ਜਿਸ ਦੇ ਅੰਦਰ ਆਪਾਂ ਮੂਲ ਮੰਤਰ ਦੇ ਵਿੱਚ ਆਏ ਹੋਏ ਗੁਰ ਪ੍ਰਸਾਦ ਦੀ ਜਿਹੜੀ ਵਿਚਾਰ ਹੈ ਉਹ ਕਈ ਰੋਜ਼ ਤੋਂ ਕਰ ਰਹੇ ਹਾਂ। ਕਥਾ ਵਿਚਾਰ ਨੂੰ ਸੁਣਦਿਆਂ ਹੋਇਆਂ ਸ਼ਾਇਦ ਸੰਗਤਾਂ ਦੇ ਮਨ ਦੇ ਅੰਦਰ ਕਈ ਵਾਰ ਇਹ ਵਿਚਾਰ ਆਉਂਦੀ ਹੋਵੇਗੀ ਕਿ ਤਕਰੀਬਨ 3-4 ਮਹੀਨੇ ਕਥਾ ਪ੍ਰਾਰੰਭ ਹੋਈ ਨੂੰ ਹੋ ਗਏ ਹਨ, ਪਰ ਹਜੇ ਸਿਰਫ ਮੂਲ ਮੰਤਰ ਦੀ ਵੀ ਵਿਚਾਰ ਨਹੀਂ ਹੋ ਪਾਈ। ਅਸਲ ਦੇ ਅੰਦਰ ਜਿਹੜੀ ਗੁਰਬਾਣੀ ਦਾ ਵਿਚਾਰ ਹੈ, ਸੰਪਰਦਾ ਇਹ ਗੱਲ ਮੰਨਦੀ ਹੈ ਕਿ ਜਿਹੜਾ ਇੱਕ ਓੰਕਾਰ ਹੈ, ਇਸ ਦੀ ਜਿਹੜੀ ਸਾਰੀ ਵਿਚਾਰ ਹੈ ਪੂਰੇ ਮੂਲ ਮੰਤਰ ਦੀ ਵਿਚਾਰ ਨੂੰ ਸਮਝ ਕਰਕੇ ਫਿਰ ਇੱਕ ਓੰਕਾਰ ਦੀ ਸਮਝ ਆਉਂਦੀ ਹੈ। ਤੇ ਜਿਹੜਾ ਮੂਲ ਮੰਤਰ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ, ਇਸ ਦੇ ਅੰਦਰ ਮਾਨੋ ਸਾਰੀ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ, ਉਪਦੇਸ਼ ਹੈ, ਵਿਚਾਰ ਹੈ, ਉਹ ਸਮਾਇਆ ਹੋਇਆ ਹੈ। ਗੁਰ ਪ੍ਰਸਾਦ ਤੱਕ ਵਿਚਾਰ ਕਰਕੇ ਹਾਲੇ ਵੀ ਇਹ ਗੱਲ ਮਨ ਦੇ ਅੰਦਰ ਆਉਂਦੀ ਹੈ ਕਈ ਵਾਰ ਕਿ ਹਜੇ ਵੀ ਜਿਹੜੀ ਕਥਾ ਹੈ ਬਹੁਤ ਜਲਦੀ ਕੀਤੀ ਗਈ ਹੈ, ਕਿਉਂਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਇਸ ਨੂੰ ਇੱਕ ਬੁੱਧੀ ਦੇ ਦੁਆਰਾ ਕਥਨ ਕਰ ਪਾਉਣਾ, ਇਸ ਦੀ ਇੰਨੀ ਸਮਰੱਥਾ ਨਹੀਂ ਹੈ।
ਜਿਵੇਂ ਆਪਾਂ ਪਾਵਨ ਗੁਰਬਾਣੀ ਦੇ ਵਿੱਚੋਂ ਬਚਨ ਸੁਣੇ ਹਨ, ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੈ ਕਥਨਹਾਰ, ਕਿ ਗੁਰੂ ਦੀ ਜਿਹੜੀ ਮਹਿਮਾ ਹੈ ਉਹ ਅਪਰ ਅਪਾਰ ਹੈ, ਅਗਮ ਹੈ। ਅਗਮ ਦਾ ਭਾਵ ਹੁੰਦਾ ਹੈ ਕਿ ਜਿਸ ਨੂੰ ਅੱਖਾਂ ਦੇ ਨਾਲ ਵੇਖਿਆ ਨਾ ਜਾ ਸਕਦਾ ਹੋਵੇ, ਕੰਨਾਂ ਦੇ ਨਾਲ ਸੰਪੂਰਨ ਸੁਣਿਆ ਨਾ ਜਾ ਸਕਦਾ ਹੋਵੇ, ਪੈਰਾਂ ਦੇ ਨਾਲ ਪਹੁੰਚਿਆ ਨਾ ਜਾ ਸਕਦਾ ਹੋਵੇ, ਮਨ ਦੀ ਜਿਹੜੀ ਪਹੁੰਚ ਹੈ ਉਹ ਵੀ ਉੱਥੋਂ ਤੱਕ ਨਾ ਪਹੁੰਚੇ, ਉਸ ਨੂੰ ਅਗਮ ਆਖਿਆ ਜਾਂਦਾ ਹੈ। ਇਹ ਜਿਹੜਾ ਗਮ ਸ਼ਬਦ ਹੁੰਦਾ ਹੈ, ਇਸ ਦਾ ਅਰਥ ਹੁੰਦਾ ਹੈ ਗਮਨ ਕਰਨਾ, ਪਹੁੰਚਣਾ, ਤੇ ਅੱਗੇ ਐੜਾ ਲੱਗਣ ਕਰਕੇ ਇਸ ਦਾ ਅਰਥ ਬਣ ਜਾਂਦਾ ਹੈ ਅਪਹੁੰਚ। ਭਾਵ ਇਹਨਾਂ ਅਸੀਂ ਗਿਆਨ ਇੰਦਰੀਆਂ ਦੇ ਨਾਲ, ਕਰਮ ਇੰਦਰੀਆਂ ਦੇ ਨਾਲ ਗੁਰੂ ਦੀ ਮਹਿਮਾ ਦਾ ਸੰਪੂਰਨ ਜਿਹੜਾ ਕਥਨ ਹੈ ਉਸ ਨੂੰ ਕਰ ਨਹੀਂ ਸਕਦੇ। ਗੁਰੂ ਦੀ ਜਿਹੜੀ ਕਿਰਪਾ ਹੈ ਉਹ ਸਾਨੂੰ ਗੁਰੂ ਦਾ ਸਰੂਪ ਜਾਣ ਕੇ ਪ੍ਰਾਪਤ ਹੋਵੇਗੀ। ਕੱਲ ਦੀ ਜਿਹੜੀ ਰਹਿੰਦੀ ਹੋਈ ਵਿਚਾਰ ਹੈ ਕਿ ਗੁਰੂ ਸਮਰੱਥਾਵਾਨ ਵੀ ਹੈ। ਸਮਰੱਥਾਵਾਨ ਦੀ ਆਪਾਂ ਇੱਕ ਵਿਚਾਰ ਇਹ ਸੁਣੀ ਸੀ ਕਿ ਸਤਿਗੁਰ ਮੇਰਾ ਮਾਰ ਜਿਵਲ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਜੀਵਨ ਜਦੋਂ ਪੜ੍ਹਦੇ ਹਾਂ, ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ। ਇਸੇ ਬਾਣੀ ਨੂੰ ਸਤਿਗੁਰੂ ਸਾਹਿਬ ਜੀ ਨੇ ਨਾਲ ਬਾਣੇ ਦਾ ਜਿਹੜਾ ਰੂਪ ਬਖਸ਼ਣ ਦੇ ਲਈ ਪੰਜ ਜਿਹੜੇ ਪਿਆਰੇ ਹਨ ਉਹਨਾਂ ਨੂੰ ਚੁਣਨਾ ਕੀਤਾ, ਤੇ ਸਤਿਗੁਰੂ ਸਾਹਿਬ ਜੀ ਨੇ ਐਸੀ ਦਇਆ ਵਰਤਾਈ ਕਿ ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਧਰਮਦਾਸ ਤੋਂ ਧਰਮ ਸਿੰਘ ਬਣਾ ਦਿੱਤੇ। ਇਸੇ ਪ੍ਰਕਾਰ ਮੁਹਕਮ ਚੰਦ ਤੋਂ ਭਾਈ ਮੁਹਕਮ ਸਿੰਘ ਬਣਾ ਦਿੱਤੇ। ਸਤਿਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਲਈ ਇਹ ਉਦਾਹਰਣ ਇੱਕ ਪ੍ਰਪੱਕ ਕੀਤੀ ਕਿ ਜੇ ਅਸੀਂ ਗੁਰੂ ਕੀ ਸ਼ਰਨ ਆਉਣਾ ਹੈ ਤੇ ਆਪਣਾ ਜਿਹੜਾ ਬਾਹਰੀ ਤੌਰ ਤੇ ਸੀਸ ਹੈ ਔਰ ਅੰਤਰੀਵ ਰੂਪ ਜਿਹੜਾ ਸੀਸ ਹੈ, ਪਹਿਲਾਂ ਅਸੀਂ ਇਸ ਨੂੰ ਗੁਰੂ ਚਰਨਾਂ ਦੇ ਵਿੱਚ ਭੇਟ ਕਰਨਾ ਹੈ। ਕਿਉਂਕਿ ਜਿੰਨਾ ਚਿਰ ਅਸੀਂ ਵਿਚਾਰਾਂ ਸਿਰਫ ਬੁੱਧੀ ਦੀਆਂ ਵਿਚਾਰਾਂ ਦੇ ਨਾਲ ਸੋਚਦੇ ਰਵਾਂਗੇ, ਉਦੋਂ ਤੱਕ ਧਰਮ ਦੀ ਜਿਹੜੀ ਵਿਸ਼ਾਲਤਾ ਹੈ, ਪ੍ਰੇਮਾ ਭਗਤੀ ਹੈ, ਉਸ ਤੱਕ ਅਸੀਂ ਪਹੁੰਚ ਨਹੀਂ ਸਕਦੇ। ਕਿਉਂਕਿ ਜਿਹੜਾ ਮਨੁੱਖੀ ਦਿਮਾਗ ਹੈ ਉਹ ਇਹ ਸੋਚਦਾ ਹੈ ਕਿ ਜਿਵੇਂ ਧਰਮ ਦੀ ਦੁਨੀਆ ਦੇ ਵਿੱਚ ਕੁਰਬਾਨੀਆਂ ਹੁੰਦੀਆਂ ਨੇ, ਕੁਰਬਾਨੀਆਂ ਤੋਂ ਬਾਅਦ ਜਦੋਂ ਉਸ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ, ਜਿਹੜਾ ਕੋਈ ਸੌਦੇਦਾਰ ਮਨੁੱਖ ਹੈ, ਪੈਸੇ ਟਕੇ ਦਾ ਹਿਸਾਬ ਕਿਤਾਬ ਲਾਉਣ ਵਾਲਾ ਹੈ, ਉਹ ਸੋਚਦਾ ਹੈ ਕਿ ਇਹ ਜਿਹੜੀਆਂ ਕੁਰਬਾਨੀਆਂ ਨੇ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਪਰ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਅਸੀਂ ਸੰਸਾਰੀ ਤੌਰ ਤੇ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਕਰ ਸਕਦੇ। ਕੁਰਬਾਨੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਹੁਤਾ ਪੈਸਾ ਇਕੱਠਾ ਹੋ ਜਾਵੇ ਜਾਂ ਉਸ ਤੋਂ ਬਾਅਦ ਕੋਈ ਸੁਧਾਰ ਦੀ ਕਿਰਨ ਹੋਵੇ। ਕੁਰਬਾਨੀ ਤੋਂ ਭਾਵ ਇਹ ਹੁੰਦਾ ਕਿ ਅਸੀਂ ਜਿਹੜੇ ਗੁਰੂ ਦੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਅਸੀਂ ਪੂਰਾ ਕਰ ਚੱਲੇ ਆ। ਦੁਨੀਆ ਦੀ ਜਿਹੜੀ ਇਹ ਪੱਧਤੀ ਹੈ, ਇਸ ਦੇ ਅੰਦਰ ਵਿਚਰਦਿਆਂ ਹੋਇਆ ਹੋ ਸਕਦਾ ਹੈ ਕਿ ਅਜਹੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਜੀਵਨ ਦਾ ਜਿਹੜਾ ਇਹ ਪੱਧਰ ਹੈ, ਇਸ ਨੂੰ ਵਿਚਰਦਿਆਂ ਹੋਇਆ
ਹੋ ਸਕਦਾ ਹੈ ਕਿ ਜੀਵਨ ਦੇ ਵਿੱਚ ਗਿਰਾਵਟਾਂ ਵੀ ਆ ਜਾਣ, ਪਰ ਕੁਰਬਾਨੀ ਇੱਕ ਐਸੀ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਸ ਨੂੰ ਅਸੀਂ ਆਪਣਾ ਸਰੀਰ ਧਰਮ ਦੇ ਲੇਖੇ ਲਾ ਕਰਕੇ ਪ੍ਰਵਾਨ ਹੋ ਜਾਂਦੇ ਹਾਂ। ਆਇਆ ਤਾਕਾ ਸਫਲ ਹੈ, ਪਰ ਉਪਕਾਰੀ ਹੋਏ ਦੁੱਖ ਸਹਿ ਸਿਰ ਆਪਣੇ। ਹੋਰਨਾਂ ਦੇ ਜਿਹੜੇ ਦੁੱਖ ਨੇ ਉਸ ਨੂੰ ਆਪਣੇ ਉੱਪਰ ਸਹਾਰ ਲੈਣਾ। ਸੁਖਦਾਈ ਸਭ ਕੋਏ, ਸਾਰਿਆਂ ਨੂੰ ਸੁਖ ਵਰਤਾਉਣਾ। ਇਹ ਜਿਹੜੀ ਵਿਚਾਰ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਤੇ ਆ ਕੇ ਪ੍ਰਾਰੰਭ ਕੀਤੀ। ਸਤਿਗੁਰੂ ਸਾਹਿਬ ਜੀ ਇੰਨੇ ਕੁ ਸਮਰੱਥਾਵਾਨ ਸਨ, ਔਰ ਸਿਰਫ ਆਪ ਹੀ ਸਮਰੱਥਾਵਾਨ ਨਹੀਂ ਹਨ, ਆਪਣੇ ਗੁਰਸਿੱਖਾਂ ਨੂੰ ਵੀ ਸਮਰੱਥਾਵਾਨ ਬਣਾਉਣ ਵਾਲੇ ਆ। ਦੇਖੋ, ਜਿਹੜੇ ਦੁਨੀਆ ਦੇ ਲੋਕਾਂ ਨੂੰ ਲੋਕ ਨੀਚ ਕਹਿ ਕੇ ਪੁਕਾਰਦੇ ਸਨ, ਜਿਨ੍ਹਾਂ ਨੂੰ ਆਖਿਆ ਜਾਂਦਾ ਸੀ ਕਿ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਉਸੇ ਡੂਮ ਜਾਤੀ ਦੇ ਅੰਦਰ ਜਨਮ ਲੈਣ ਵਾਲੇ ਭਾਈ ਮਰਦਾਨਾ ਜੀ ਨੂੰ ਭਾਈ ਦਾ ਖਿਤਾਬ ਦੇ ਦਿੱਤਾ। ਆਖਿਆ ਕਿ ਇਹ ਕੋਈ ਨੀਵੀਂ ਜਾਤੀ ਦਾ ਮਨੁੱਖ ਨਹੀਂ ਹੈ, ਇਹ ਮੇਰਾ ਭਾਈ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਜਾਤਾਂ ਨੂੰ ਸੰਸਾਰ ਦੇ ਲੋਕ ਨੀਵਾਂ ਕਹਿ ਕੇ ਦੁਰਕਾਰਦੇ ਸਨ, ਸਤਿਗੁਰੂ ਸਾਹਿਬ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਸਤਿਗੁਰੂ ਸਾਹਿਬ ਜੀ ਦੇ ਸਰੂਪ ਦੇ ਅੰਦਰ ਦਰਜ ਕਰਕੇ ਇਹ ਆਖਿਆ ਕਿ ਇਹ ਕੋਈ ਨੀਵੀਂ ਜਾਤ ਦੇ ਮਨੁੱਖ ਨਹੀਂ ਹਨ, ਇਹ ਬੜੀ ਉੱਚੀ ਸੁੱਚੀ ਪਵਿੱਤਰ ਆਤਮਾ ਦੇ ਮਾਲਕ ਹਨ। ਤੇ ਸਤਿਗੁਰੂ ਸਾਹਿਬ ਜੀ ਨੇ ਉਸੇ ਨੀਵੀਂ ਜਾਤਾਂ ਨੂੰ ਕਹਿਣ ਵਾਲੇ ਲੋਕਾਂ ਨੂੰ ਇਸ ਬਾਣੀ ਦੇ ਅੱਗੇ ਸੀਸ ਨਿਵਾਉਣ ਦੇ ਲਈ ਮਜਬੂਰ ਕਰ ਦਿੱਤਾ, ਕਿਉਂਕਿ ਇਸ ਗੱਲ ਨੂੰ ਆਪਾਂ ਝੁਠਲਾ ਨਹੀਂ ਸਕਦੇ ਕਿ ਅੱਜ ਦੇ ਬਹੁਤੇ ਜਿਹੜੇ ਸਿੱਖ ਹਨ ਉਹ ਵੀ ਜਾਤੀ ਹੰਕਾਰ ਦੇ ਅੰਦਰ ਆਪਣਾ ਬੇੜਾ ਗਰਕ ਕਰ ਰਹੇ ਆ। ਔਰ ਇੱਥੋਂ ਤੱਕ ਹੀ ਬਸ ਨਹੀਂ, ਅਸੀਂ ਗੁਰੂ ਦੀਆਂ ਵੰਡੀਆਂ ਵੀ ਜਾਤਾਂ ਦੇ ਆਧਾਰ ਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਮਾਜ ਦੇ ਅੰਦਰ ਤਾਂ ਇਹ ਗੱਲ ਸੁਣੀਆਂ ਜਾ ਸਕਦੀਆਂ ਸਨ ਕਿ ਕੋਈ ਉੱਚੀ ਜਾਤੀ ਹੈ, ਕੋਈ ਨੀਵੀਂ ਜਾਤੀ ਹੈ, ਪਰ ਅਸੀਂ ਉਹਨਾਂ ਜਾਤਾਂ ਦੇ ਆਧਾਰ ਦੇ ਉੱਪਰ ਜਾਤ ਦੇ ਹੰਕਾਰੀ ਬਣੇ ਹੋਣ ਕਰਕੇ ਅਸੀਂ ਜਾਤਾਂ ਦੇ ਆਧਾਰ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਬਣਾ ਦਿੱਤੇ। ਇੱਥੋਂ ਸਾਨੂੰ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹਜੇ ਅਸੀਂ ਗੁਰੂ ਨੂੰ ਸਿਰਫ ਨਮਸਕਾਰਾਂ ਹੀ ਕੀਤੀਆਂ ਨੇ, ਗੁਰੂ ਨੂੰ ਹਜੇ ਸਮਝਿਆ ਨਹੀਂ। ਅੱਜ ਲੋੜ ਹੈ ਕਿ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਆਪ ਸੁਣੀਏ, ਸਮਝੀਏ ਤੇ ਜਿੰਨਾ ਹੋ ਸਕੇ ਆਪਣੇ ਪਰਿਵਾਰਾਂ ਦੇ ਅੰਦਰ ਇਹਨਾਂ ਗੱਲਾਂ ਨੂੰ ਵਿਚਾਰੀਏ। ਸੁਰਹਾਵ ਵਿਚਾਰ ਗੁਰੂ ਸਾਹਿਬਾਨ ਜੀ ਬੇਅੰਤ ਪ੍ਰਕਾਰ ਕਰਕੇ ਸਮਰੱਥਾਵਾਨ ਹਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ ਦੇ ਉੱਪਰ ਗਏ ਤਾਂ ਉਸ ਵੇਲੇ ਸਿੱਧਾਂ ਨੇ ਸਵਾਲ ਕੀਤਾ ਕਿ ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੁਹ ਇੱਥੇ ਲਿਆਈ? ਕਿਉਂਕਿ ਸਿੱਧਾਂ ਦੀਆਂ ਕਿਸੇ ਦੀਆਂ 500 ਸਾਲ, ਕਿਸੇ ਦੀ 1000 ਵਰ੍ਹੇ ਦੀ ਉਮਰ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤਾਂ ਉਹ ਇੱਕ ਬਾਲਕ ਦੇ ਵਾਂਗ ਸਮਝਦੇ ਸਨ। ਸਿੱਧ ਪੁੱਛਣ ਸੁਣ ਬਾਲਿਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦੇ ਹਨ ਕਿ ਐ ਬਾਲਕ, ਕੌਣ ਸ਼ਕਤ ਤੁਹ ਇੱਥੇ ਲਿਆਈ? ਕਿਹੜੀ ਸ਼ਕਤੀ ਤੈਨੂੰ ਇਸ ਸੁਮੇਰ ਪਰਬਤ ਦੇ ਉੱਪਰ ਲੈ ਕੇ ਆਈ ਹੈ? ਸਤਿਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ।
ਕਿ ਅਸੀਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮਾ ਭਗਤੀ ਦਾ ਜਿਹੜਾ ਸਰੂਪ ਹੈ ਉਹ ਜੋੜਨਾ ਕੀਤਾ ਹੈ, ਉਸ ਦੇ ਨਾਲ ਆਪਣੀ ਜਿਹੜੀ ਤਾੜੀ ਲਿਵ ਹੈ ਉਹ ਲਾਈ ਹੈ। ਸਤਿਗੁਰੂ ਸਾਹਿਬ ਜੀ ਦੀ ਬਾਬਤ ਇਹ ਬਚਨ ਵੀ ਭਾਈ ਗੁਰਦਾਸ ਜੀ ਨੇ ਲਿਖੇ ਹਨ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਹਨਾਂ ਗੱਲਾਂ ਤੋਂ ਅੱਜ ਸਾਨੂੰ ਵੀ ਸਮਝਣ ਦੀ ਲੋੜ ਹੈ। ਗੁਰੂ ਸਾਹਿਬਾਨ ਜੀ ਨੇ ਇਹ ਬਚਨ ਆਖੇ ਕਿ ਐ ਸਿੱਧ ਪੁਰਸ਼ੋ ਗੁਰ ਸੰਗਤ ਬਾਣੀ ਬਿਨਾ, ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਡਾ ਗੁਰੂ ਸਰੂਪ ਹੈ, ਉਸ ਦੀ ਸੰਗਤ ਤੋਂ ਬਿਨਾ ਤੇ ਉਸ ਵਾਹਿਗੁਰੂ ਦੀ ਧੁਰਕੀ ਤੋਂ ਬਿਨਾ ਦੂਜੀ ਓਟ ਨਹੀਂ ਹੈ ਰਾਈ। ਅਸੀਂ ਹੋਰ ਕਿਸੇ ਦਾ ਆਸਰਾ ਓਟ ਤੱਕਣਾ ਹੀ ਨਹੀਂ ਕੀਤੀ। ਅੱਜ ਸਾਨੂੰ ਵੀ ਇਹ ਗੱਲਾਂ ਨੂੰ ਸਮਝਣ ਦੀ ਵਿਚਾਰਨ ਦੀ ਲੋੜ ਹੈ ਕਿ ਅਸੀਂ 4 ਪੈਸਿਆਂ ਦੇ ਮਗਰ ਲੱਗ ਕੇ ਆਪਣੇ ਗੁਰੂ ਨੂੰ ਧੋਖਾ ਦੇਣ ਦੇ ਲਈ ਤਿਆਰ ਹੋ ਜਾਂਦੇ ਹਾਂ, ਪਰ ਅਸੀਂ ਇੱਕ ਗੱਲ ਨੂੰ ਸੋਚ ਕੇ ਵਿਚਾਰ ਕੇ ਵੇਖੀਏ ਕਿ ਜੇ ਸਾਡੇ ਘਰਾਂ ਦੇ ਅੰਦਰ ਸਿੱਖੀ ਹੀ ਨਾ ਰਹੀ, ਜੇ ਸਾਡੇ ਘਰਾਂ ਦੇ ਵਿੱਚੋਂ ਗੁਰੂ ਦਾ ਗਿਆਨ ਹੀ ਚਲਾ ਗਿਆ, ਤੇ ਉਹ ਜਿਹੜਾ ਪੈਸਾ ਹੈ ਉਹ ਕਰਨਾ ਕੀ ਹੈ? ਪੈਸਾ ਜਿਹੜਾ ਹੈ ਉਸ ਦੀ ਕਿੰਨੀ ਕੁ ਕੀਮਤ ਹੈ ਕਿਤੇ। ਦੇਖੋ ਅੱਜ ਜਿਹੜਾ ਮਨੁੱਖ ਹੈ ਥੋੜਾ ਜਿਹਾ ਪੈਸਾ ਕਮਾ ਕਰਕੇ ਹੰਕਾਰੀ ਬਣ ਜਾਂਦਾ ਹੈ। ਇੱਕ ਇੰਗਲਿਸ਼ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਕੰਪੀਟੀਟਰ, ਕਿ ਆਪਾਂ ਸੋਚਦੇ ਹਾਂ ਕਿ ਸ਼ਾਇਦ ਥੋੜਾ ਜਿਹਾ ਪੈਸਾ ਕਮਾ ਕੇ ਆਪਾਂ ਦੂਸਰੇ ਨੂੰ ਵਿਖਾਉਣੇ ਆ ਕਿ ਸਾਡੇ ਕੋਲ ਪੈਸਾ ਹੈ, ਤੇ ਉਸ ਪੈਸੇ ਦੇ ਹੰਕਾਰ ਦੇ ਵਿੱਚ ਆਪਾਂ ਗ੍ਰਸਤ ਹੋ ਕਰਕੇ ਗੁਰੂ ਤੋਂ ਦੂਰ ਹੁੰਨੇ ਆ, ਪਰਮੇਸ਼ਰ ਤੋਂ ਦੂਰ ਹੁੰਨੇ ਆ। ਪਰ ਆਪਾਂ ਸੋਚ ਕੇ ਵੇਖੀਏ ਕਿ ਆਪਾਂ ਕਿੰਨੇ ਕੁ ਕਿਤੇ ਅਮੀਰ ਹਾਂ। ਇਸ ਦੁਨੀਆ ਦੇ ਅੰਦਰ ਸਭ ਤੋਂ ਜ਼ਿਆਦਾ ਜੇ ਕੋਈ ਅਮੀਰ ਹੋਇਆ ਹੈ ਤਾਂ ਉਸ ਦਾ ਨਾਮ ਹੈ ਰਾਵਣ, ਕਿਉਂਕਿ ਆਪਣੇ ਕੋਲ ਹੁਣ ਇੰਨੀ ਸਮਰੱਥਾ ਨਹੀਂ ਹੈ ਕਿ ਆਪਣੇ ਘਰਾਂ ਦੇ ਘਰ ਸੋਨੇ ਦੇ ਬਣੇ ਹੋਣ। ਪਰ ਰਾਵਣ ਦਾ ਦੇਖੋ ਕਿ ਸੋਨੇ ਦੀ ਉਸ ਦੀ ਸਾਰੀ ਜਿਹੜੀ ਹਵੇਲੀ, ਉਸ ਦਾ ਰਾਜ ਭਾਗ ਸੋਨੇ ਦਾ ਬਣਿਆ ਹੋਇਆ ਸੀ। ਤੇ ਪਾਵਨ ਗੁਰਬਾਣੀ ਇੱਥੋਂ ਤੱਕ ਬਚਨ ਆਖਦੀ ਹੈ ਕਿ ਬੈਸੰਤਰ ਜਾ ਕੇ ਕੱਪੜੇ ਧੋਈ, ਕਿ ਇਹ ਜਿਹੜੀ ਬੈਸੰਤਰ ਹੈ, ਅਗਨੀ ਹੈ, ਉਹ ਰਾਵਣ ਦੇ ਕੱਪੜੇ ਆ ਕੇ ਧੋਇਆ ਕਰਦੀ ਸੀ। ਸੂਰਜ ਚੰਦ ਜਾ ਕੇ ਤਪਤ ਰਸੋਈ। ਆਪਣੇ ਘਰਾਂ ਦੇ ਅੰਦਰ ਤਾਂ ਅਸੀਂ ਚੁੱਲ੍ਹਿਆਂ ਦੇ ਵਿੱਚ ਅੱਗ ਬਾਲ ਕੇ ਜਾਂ ਗੈਸ ਚਲਾ ਕੇ ਪ੍ਰਸ਼ਾਦਾ ਪਾਣੀ ਪਕਾਉਣੇ ਆ, ਪਰ ਰਾਵਣ ਦੇ ਘਰ ਜਿਹੜਾ ਸੂਰਜ ਹੈ ਉਸ ਦੇ ਨਾਲ ਪ੍ਰਸ਼ਾਦਾ ਪਾਣੀ ਪੱਕਦਾ ਸੀ। ਐਸਾ ਜਿਹੜਾ ਅਮੀਰ ਰਾਵਣ ਹੋਇਆ ਹੈ, ਉਸ ਨੂੰ ਵੀ ਪਾਵਨ ਗੁਰਬਾਣੀ ਨੇ ਆਖ ਦਿੱਤਾ ਕਿ ਮੂਰਖ ਰਾਵਣ ਕਿਆ ਲੈ ਗਿਆ, ਕਿ ਉਹ ਸੋਨੇ ਦੀ ਲੰਕਾ ਬਣਾ ਕਰਕੇ ਵੀ ਉਸ ਨੂੰ ਪਾਵਨ ਗੁਰਬਾਣੀ ਨੇ ਮੂਰਖ ਆਖ ਦਿੱਤਾ। ਇਸ ਲਈ ਅਸੀਂ ਗੁਰੂ ਦੀ ਜਿਹੜੀ ਓਟ ਹੈ ਉਸ ਨੂੰ ਛੱਡ ਕਰਕੇ ਕਦੇ ਵੀ ਆਪਣੇ ਜੀਵਨ ਦੇ ਅੰਦਰ ਸੁਖੀ ਨਹੀਂ ਹੋ ਸਕਦੇ। ਸੋ ਰਹਾਉ ਵਿਚਾਰ ਗੁਰੂ ਬੇਅੰਤ ਪ੍ਰਕਾਰ ਕਰਕੇ ਸਮਰੱਥਾਵਾਨ ਹੈ। ਗੁਰੂ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਮੱਕੇ ਦੀ ਯਾਤਰਾ ਦੇ ਲਈ ਗਏ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ ਹਨ, ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ,
ਸਤਿਗੁਰੂ ਸਾਹਿਬ ਜੀ ਨੇ ਇਹ ਲਿਬਾਸ ਧਾਰਨ ਕੀਤਾ, ਮੁਸੱਲਾ ਵੀ ਲਿਆ, ਗੁਰਬਾਣੀ ਦੀ ਪੋਥੀ ਨੂੰ ਬਸਤੇ ਦੇ ਵਿੱਚ ਪਾ ਕਰਕੇ ਆਪਣੇ ਪਾਸ ਰੱਖਿਆ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਗੁਜ਼ਾਰੀ, ਤੇ ਮੱਕੇ ਮਸੀਤ ਦੇ ਵਿੱਚ ਜਾ ਕਰਕੇ ਸਤਿਗੁਰੂ ਸਾਹਿਬ ਜੀ ਬੈਠ ਜਾਣਾ ਕੀਤੇ। ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਕਿ ਜਦੋਂ ਰਾਤ ਦਾ ਸਮਾਂ ਹੋਇਆ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੀ ਬਣੀ ਹੋਈ ਮਜ਼ਾਰ ਦੇ ਵੱਲ ਆਪਣੇ ਜਿਹੜੇ ਪੈਰ ਹਨ ਉਹ ਪਸਾਰ ਕੇ ਪੈ ਜਾਣਾ ਕੀਤੇ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਉੱਥੇ ਜਿਹੜਾ ਮੌਲਵੀ ਕਾਜੀ ਜਿਹੜਾ ਜੀਵਨ ਨਾਮ ਦਾ, ਉਸ ਨੇ ਆ ਕੇ ਵੇਖਿਆ ਕਿ ਇਹ ਕਿਹੜਾ ਕਾਫਰ ਹੈ ਜਿਹੜਾ ਮੱਕੇ ਦੇ ਵੱਲ ਪੈਰ ਪਸਾਰ ਕੇ ਪਿਆ ਹੈ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ, ਕਿਉਂ ਬੇਸਮਝ ਹੋ ਕਰਕੇ ਕਿਹੜਾ ਇਹ ਮਨੁੱਖ ਪਿਆ ਹੋਇਆ ਹੈ। ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਕਿ ਜਦੋਂ ਉਸ ਮੌਲਵੀ ਜੀਵਨ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਪਕੜ ਕਰਕੇ ਘੁਮਾਇਆ ਤੇ ਨਾਲ ਜਿਹੜਾ ਮੱਕਾ ਹੈ ਉਹ ਵੀ ਫਿਰ ਜਾਣਾ ਕੀਤਾ। ਹੋਏ ਹੈਰਾਨ ਕਰੇਨ ਜੁਹਾਰੀ, ਤੇ ਜਦੋਂ ਮੱਕਾ ਘੁੰਮ ਜਾਣਾ ਕੀਤਾ ਤੇ ਉਦੋਂ ਸਤਿਗੁਰਾਂ ਨੂੰ ਪੁਕਾਰ ਕਰਦੇ ਆ ਕਿ ਇਹ ਮੱਕੇ ਨੂੰ ਉਸੇ ਥਾਂ ਲੈ ਆਉਣਾ ਕਰੋ ਜਿੱਥੇ ਇਹ ਪਹਿਲਾਂ ਸੀ। ਇਸ ਗੱਲ ਦੀ ਕਈ ਜਿਹੜੇ ਪ੍ਰਚਾਰਕ ਹਨ ਮੁਸਲਮਾਨ ਵੀਰ ਵੀ ਉਹ ਸ਼ੰਕਾ ਕਰਦੇ ਆ, ਪਰ ਇਹ ਜਿਹੜੀਆਂ ਵਿਚਾਰਾਂ ਨੇ ਮੁਸਲਮਾਨੀ ਬੇਅੰਤ ਐਸੇ ਵਿਦਵਾਨ ਪੁਰਸ਼ ਹੋਏ ਆ ਜਿਨ੍ਹਾਂ ਨੇ ਆਪਣੀਆਂ ਤਵਾਰੀਖਾਂ ਦੇ ਅੰਦਰ ਇਸੇ ਘਟਨਾ ਦਾ ਬੇਅੰਤ ਪ੍ਰਕਾਰ ਕਰਕੇ ਜ਼ਿਕਰ ਕੀਤਾ ਹੈ। ਇਹ ਕੋਈ ਕਿਸੇ ਧਰਮ ਦੀ ਨਿੰਦਿਆ ਨਹੀਂ ਹੈ। ਇੱਕ ਸਿੱਖ ਨੂੰ ਕਿਸੇ ਧਰਮ ਦੀ ਨਿੰਦਿਆ ਕਰਨ ਦਾ ਕੋਈ ਹੱਕ ਵੀ ਨਹੀਂ ਹੁੰਦਾ, ਪਰ ਅਸੀਂ ਇੰਨੇ ਕੁ ਹੱਕਦਾਰ ਤਾਂ ਜ਼ਰੂਰ ਹਾਂ ਕਿ ਆਪਣੇ ਗੁਰੂ ਦੀ ਉਸਤਤ ਜ਼ਰੂਰ ਕਰ ਸਕਦੇ ਹਾਂ। ਇਸੇ ਪ੍ਰਕਾਰ ਗੁਰੂ ਸਾਹਿਬਾਨ ਜੀ ਇੰਨੇ ਕੁ ਸਮਰੱਥਾਵਾਨ ਹਨ ਕਿ ਜਿਹੜੀਆਂ ਜੜ ਵਸਤੂਆਂ ਹਨ ਉਹਨਾਂ ਦੇ ਉੱਪਰ ਵੀ ਆਪਣਾ ਜਿਹੜਾ ਪ੍ਰਭਾਵ ਹੈ ਉਸ ਨੂੰ ਪਾਉਣ ਜਾਣਦੇ ਆ। ਇਸੇ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਬਗਦਾਦ ਦੇ ਵੱਲ ਗਏ, ਉੱਥੇ ਸਤਿਗੁਰੂ ਸਾਹਿਬ ਜੀ ਨੂੰ ਪੀਰ ਦਸਤਗੀਰ ਮਿਲਿਆ। ਉਸ ਦਸਤਗੀਰ ਦੇ ਜਿਹੜੇ ਚੇਲੇ ਚਾਟੜੇ ਸਨ, ਉਹਨਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਆਉਂਦਿਆਂ ਵੇਖ ਕਰਕੇ ਵਿਰੋਧ ਕੀਤਾ ਤੇ ਇਤਿਹਾਸ ਲਿਖਦਾ ਹੈ ਕਿ ਦਸਤਗੀਰ ਪੀਰ ਦੇ ਚੇਲਿਆਂ ਨੇ ਸਤਿਗੁਰੂ ਸਾਹਿਬ ਜੀ ਨੂੰ ਰੋੜੇ ਇੱਟਾਂ ਵੀ ਮਾਰਨਾ ਕੀਤੀਆਂ। ਤੇ ਇਹ ਜਿਹੜਾ ਆਪਾਂ ਆਮ ਕਰਕੇ ਹੁਣ ਸਤਿ ਸ੍ਰੀ ਅਕਾਲ ਬੁਲਾਉਣੇ ਆ, ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੈਕਾਰਾ ਲਾਇਆ, ਗੁਰ ਬਰ ਅਕਾਲ ਸਤਿ ਸ੍ਰੀ ਅਕਾਲ ਚਿਤ ਚਰਨ ਨਾਮ ਘਰ ਕਰ ਪ੍ਰਣਾਮ ਪ੍ਰਭੂ ਕਿਰਪਾਲ ਜੋ ਸਰਬੰ ਜੀਵਾਲ। ਇਹ ਜਿਹੜਾ ਉਸ ਵੇਲੇ ਜੈਕਾਰਾ ਲਾਇਆ, ਅੱਜ ਅਸੀਂ ਜਦੋਂ ਆਪਸ ਦੇ ਵਿੱਚ ਮਿਲਦੇ ਹਾਂ, ਸਤਿਗੁਰੂ ਸਾਹਿਬ ਜੀ ਨੇ ਸਾਨੂੰ ਫਤਿਹ ਦੀ ਦਾਤ ਬਖਸ਼ੀ ਹੈ। ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਕਿ ਜਦੋਂ ਅਸੀਂ ਆਪਸ ਦੇ ਵਿੱਚ ਮਿਲਣਾ ਹੈ, ਅਸੀਂ ਗੁਰੂ ਕੀ ਜਿਹੜੀ ਫਤਿਹ ਦੀ ਸਾਂਝ ਹੈ ਉਹ ਪਾਉਣੀ ਆ, ਕਿਉਂਕਿ ਉਸ ਦੇ ਨਾਲ 4 ਵਾਰੀ ਜਿਹੜਾ ਨਾਮ ਹੈ ਉਹ ਜਪਿਆ ਜਾਂਦਾ ਹੈ। ਪਰ ਅੱਜ ਸਾਡੀ ਤਰਾਸਦੀ ਹੈ ਕਿ ਸਾਡੇ ਰਾਗੀ ਢਾਡੀ ਵੀ ਇਸ ਗੱਲ ਤੋਂ ਗੁਰੇਜ਼ ਕਰਦੇ ਆ।
ਤੇ ਅਸੀਂ ਫਤਿਹ ਬੁਲਾਉਂਦੇ ਬੁਲਾਉਂਦੇ ਉਸ ਦਾ ਰੂਪ ਹੋਰ ਹੀ ਬਦਲ ਜਾਂਦੇ ਆ। ਹੈ ਤਾਂ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪਰ ਕਈ ਵਾਰ ਆਪਾਂ ਕਾਹਲੀ ਦੇ ਵਿੱਚ ਬੁਲਾ ਜਾਂਦੇ ਆ ਖਾਲਸਾ ਫਤਿਹ। ਖਾਲਸਾ ਜਿਹੜਾ ਫਤਿਹ ਹੈ ਉਸ ਨੂੰ ਫਤਿਹ ਕਰਨ ਦੀ ਲੋੜ ਨਹੀਂ ਹੈ। ਖਾਲਸਾ ਤੇ ਆਪ ਸਭ ਦੇ ਉੱਪਰ ਫਤਿਹ ਪਾਉਣ ਵਾਲਾ ਹੈ। ਪਰ ਇਹ ਜਿਹੜਾ ਦੂਸਰਾ ਸ਼ਬਦ ਅਸੀਂ ਆਪਸ ਦੇ ਵਿੱਚ ਮਿਲਦਿਆਂ ਹੋਇਆਂ ਬੁਲਾਉਣੇ ਹਾਂ ਸਤਿ ਸ੍ਰੀ ਅਕਾਲ, ਅਸਲ ਦੇ ਅੰਦਰ ਇਹ ਇੱਕ ਧਰਮ ਯੁੱਧ ਦਾ ਜੈਕਾਰਾ ਹੈ, ਜਿਹੜਾ ਅੱਜ ਦੇ ਸਮੇਂ ਦੇ ਅੰਦਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਬਗਦਾਦ ਦੀ ਧਰਤੀ ਦੇ ਉੱਪਰ ਜਦੋਂ ਇਹ ਜੈਕਾਰਾ ਲਾਇਆ ਕਿ ਗੁਰ ਬਰ ਅਕਾਲ, ਜਦੋਂ ਪੁਰਾਣੇ ਗੁਰਸਿੱਖ ਆਪਸ ਦੇ ਵਿੱਚ ਮਿਲਿਆ ਕਰਦੇ ਤੇ ਵੀਰ ਰਸ ਦੇ ਅੰਦਰ ਉਹਨਾਂ ਨੇ ਆਖਣਾ ਸਤਿ ਸ੍ਰੀ ਅਕਾਲ, ਤੇ ਦੂਸਰਾ ਜਿਹੜਾ ਅੱਗੋਂ ਮਨੁੱਖ ਹੁੰਦਾ ਸੀ ਉਸਨੇ ਆਖਣਾ ਗੁਰ ਬਰ ਅਕਾਲ। ਇਸ ਦਾ ਭਾਵ ਅਰਥ ਇਹ ਹੈ ਕਿ ਇੱਕ ਉਹ ਜਿਹੜਾ ਸੋਭਾ ਵਾਲਾ ਅਕਾਲ ਪੁਰਖ ਵਾਹਿਗੁਰੂ ਉਹੀ ਸਤ ਹੈ, ਤੇ ਗੁਰ ਬਰ ਅਕਾਲ, ਗੁਰੂ ਅਤੇ ਅਕਾਲ ਪੁਰਖ ਦੋਵੇਂ ਬਰ ਮੈਨੇ ਬਰਾਬਰ ਹਨ। ਦੋਵਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਫਰਕ ਹੈ ਉਹ ਨਹੀਂ ਹੈ। ਤਾਂ ਕਰਕੇ ਅੱਜ ਜਿਹੜਾ ਇਹ ਪਾਵਨ ਗੁਰਬਾਣੀ ਦਾ ਦਰਬਾਰ ਸਜਿਆ ਹੈ, ਇਸ ਦੀ ਸਮਾਪਤੀ ਦੇ ਵਿੱਚ ਆਪਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਣੇ ਆ। ਪਰ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਸੱਚਖੰਡ ਸਾਹਿਬ ਹੈ, ਸੱਚਖੰਡ ਦੇ ਅੰਦਰ ਕਦੇ ਵੀ ਜਿਹੜਾ ਜੈਕਾਰਾ ਹੈ ਉਹ ਨਹੀਂ ਬੁਲਾਇਆ ਜਾਂਦਾ, ਕਿਉਂਕਿ ਸੱਚਖੰਡ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਉਸ ਦਾ ਜਿਹੜਾ ਨਾਮ ਹੈ ਅਸੀਂ ਸੱਚਖੰਡ ਰੱਖਦੇ ਹਾਂ। ਤੇ ਜਿਹੜਾ ਸੱਚਖੰਡ ਹੈ ਉਸ ਦੇ ਅੰਦਰ ਜਿਹੜੇ ਆਪੋ ਆਪਣੇ ਧਰਮੀ ਜੈਕਾਰੇ ਹਨ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ। ਤਾਂ ਕਰਕੇ ਸੰਪਰਦਾ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਗੁਰੂ ਕੀ ਹਜ਼ੂਰੀ ਦੇ ਅੰਦਰ ਜਿਹੜਾ ਜੈਕਾਰਾ ਹੈ ਉਸ ਨੂੰ ਗੱਜ ਵੱਜ ਕੇ ਬੁਲਾਉਣਾ, ਤੇ ਸੱਚਖੰਡ ਦੇ ਅੰਦਰ ਜਿਹੜਾ ਜੈਕਾਰਾ ਹੈ ਉਹ ਨਹੀਂ ਲਾਇਆ ਜਾਂਦਾ। ਸੋ ਰਹਾਉ ਵਿਚਾਰ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੈਕਾਰਾ ਲਾਇਆ ਗੁਰ ਬਰ ਅਕਾਲ ਸਤਿ ਸ੍ਰੀ ਅਕਾਲ, ਤੇ ਸਾਰੀ ਜਿਹੜੀ ਦਸਤਗੀਰ ਦੀ ਫੌਜ ਜਿਹੜੇ ਚੇਲੇ ਚੱਟੜੇ ਸਨ ਉਹ ਜੜ ਹੋ ਗਏ। ਉੱਥੇ ਹੀ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਖੜ ਜਾਣਾ ਕੀਤਾ। ਦਸਤਗੀਰ ਪੀਰ ਨੇ ਪੁਕਾਰ ਕੀਤੀ ਕਿ ਮੇਰੇ ਜਿਹੜੇ ਚੇਲੇ ਚਾਟੜੇ ਹਨ ਉਹਨਾਂ ਨੂੰ ਬਖਸ਼ ਦੇਣਾ ਕਰੋ, ਕਿਉਂਕਿ ਆਪਾਂ ਇਹ ਗੱਲਾਂ ਤੇ ਸਾਰੇ ਜਾਣਦੇ ਹਾਂ ਕਿ ਜਿਹੜੀ ਸ਼ਸਤਰ ਵਿਦਿਆ ਹੈ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਪ੍ਰਾਰੰਭ ਹੋਈ ਹੈ। ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਵੀਰ ਰਸ ਦੇ ਧਨੀ ਸਨ ਔਰ ਆਪਣੇ ਹੱਥ ਦੇ ਅੰਦਰ ਜਿਹੜਾ ਸੋਟਾ ਹੈ ਉਸ ਨੂੰ ਪਕੜਿਆ ਕਰਦੇ ਸਨ, ਕਿਉਂਕਿ ਅੱਜ ਦਾ ਜਿਹੜਾ ਆਮ ਜਿਹੜਾ ਡੇਰੇਦਾਰ ਦਾ ਸਿੱਖ ਹੈ ਉਸ ਨੇ ਗੁਰੂ ਨੂੰ ਵੀ ਬਹੁਤ ਨਿਮਰਤਾਵਾਨ ਔਰ ਬਹੁਤ ਨਿੰਮੋ ਝੂਣਾ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਹੈ। ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾਹੀ, ਕਿ ਅਸੀਂ ਛਤਰੀਆਂ ਦੇ ਪੁੱਤਰ ਹਾਂ, ਅਸੀਂ ਜ਼ੋਰ ਜ਼ੁਲਮ ਦਾ ਟਾਕਰਾ ਕਰਨ ਵਾਲੇ ਹਾਂ।
ਇਸੇ ਦੀ ਜਿਹੜੀ ਮਿਸਾਲ ਹੈ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਭੇਟ ਕਰਕੇ ਦਰਸਾਈ ਸੀ। ਸੋ ਇਸ ਪ੍ਰਕਾਰ ਜਦੋਂ ਦਸਤਗੀਰ ਪੀਰ ਹੈਰਾਨ ਹੋਇਆ ਤੇ ਸਤਿਗੁਰੂ ਸਾਹਿਬ ਜੀ ਤੋਂ ਪ੍ਰਭਾਵਿਤ ਹੋਇਆ, ਉਸ ਤੋਂ ਬਾਅਦ ਨਿਮਰਤਾ ਦੇ ਨਾਲ ਦਸਤਗੀਰ ਪੀਰ ਨੇ ਪੁੱਛਿਆ ਕਿ ਸਤਿਗੁਰੂ ਸਾਹਿਬ ਜੀਓ, ਤੁਸੀਂ ਪਾਵਨ ਬਾਣੀ ਦੇ ਅੰਦਰ ਆਖਿਆ ਹੈ ਕਿ ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ, ਕਿ ਇਹ ਜਿਹੜੇ ਲੱਖਾਂ ਪਤਾਲਾਂ ਦਾ, ਲੱਖਾਂ ਆਗਾਸ਼ਾਂ ਦਾ ਜਿਹੜਾ ਜ਼ਿਕਰ ਕੀਤਾ ਹੈ, ਕਿਉਂਕਿ ਜਿਹੜਾ ਮੁਸਲਮਾਨੀ ਮਤ ਹੈ ਉਹ 7 ਆਕਾਸ਼ ਮੰਨਦਾ ਹੈ ਤੇ 7 ਹੀ ਪਤਾਲ ਮੰਨਦਾ ਹੈ। ਦਸਤਗੀਰ ਪੀਰ ਨੇ ਆਖਿਆ ਕਿ ਤੁਸੀਂ ਲੱਖਾਂ ਦਾ ਜ਼ਿਕਰ ਕੀਤਾ ਹੈ, ਇਸ ਦਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਸਾਨੂੰ ਦੇਣਾ ਕਰੋ। ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਆਖਣ ਲੱਗੇ ਕਿ ਚਲੋ ਤੁਹਾਨੂੰ ਇਹਨਾਂ ਲੱਖਾਂ ਆਕਾਸ਼ਾਂ ਦੀ ਔਰ ਲੱਖਾਂ ਪਤਾਲਾਂ ਦੀ ਸੈਰ ਕਰਾਉਣੇ ਆ। ਦਸਤਗੀਰ ਪੀਰ ਆਖਣ ਲੱਗਾ ਕਿ ਮੈਂ ਬਜ਼ੁਰਗ ਹੋਇਆ, ਮੈਂ ਨਾਲ ਨਹੀਂ ਜਾ ਸਕਦਾ, ਤੁਸੀਂ ਮੇਰਾ ਜਿਹੜਾ ਲੜਕਾ ਹੈ ਉਸ ਨੂੰ ਨਾਲ ਲੈ ਜਾਣਾ ਕਰੋ। ਇਸੇ ਵਾਰਤਾ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਕਿ ਸਤਿਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਕਿ ਇਹ ਕੋਈ ਵੱਡਾ ਪੀਰ ਹੈ, ਸ਼ਕਤੀਆਂ ਦਾ ਮਾਲਕ ਹੈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਕਿ ਇਸ ਨੇ ਸਭ ਸੇਵਕਾਂ ਨੂੰ, ਚੇਲਿਆਂ ਨੂੰ ਇੱਕ ਜਗ੍ਹਾ ਜੜ ਕਰ ਦਿੱਤਾ, ਇਸ ਨੇ ਇਹ ਕਰਾਮਾਤ ਦਿਖਲਾਈ ਹੈ। ਕੱਲ ਦੀ ਵਿਚਾਰ ਦੇ ਵਿੱਚ ਆਪਾਂ ਬਚਨ ਕੀਤੇ ਸਨ ਕਿ ਕਈ ਲੋਕ ਇਹ ਆਖਦੇ ਆ ਕਿ ਗੁਰੂ ਘਰ ਦੇ ਅੰਦਰ ਕੋਈ ਕਰਾਮਾਤ ਨਹੀਂ ਹੁੰਦੀ, ਕੋਈ ਚਮਤਕਾਰ ਨਹੀਂ ਹੁੰਦਾ। ਆਪਾਂ ਇਸ ਗੱਲ ਦੀ ਵਿਚਾਰ ਕੱਲ ਛੱਡ ਗਏ ਸਾਂ। ਦੇਖੋ, ਧਰਮ ਦੀ ਦੁਨੀਆ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਜਦੋਂ ਆਪਣਾ ਸਰੀਰ ਵੀ ਗੌਰ ਦੇ ਨਾਲ ਵੇਖਾਂਗੇ ਤਾਂ ਉਸ ਵੇਲੇ ਸਾਨੂੰ ਇਹ ਗੱਲ ਸਮਝ ਪੈਂਦੀ ਹੈ ਕਿ ਸਾਡਾ ਸਰੀਰ ਹੀ ਸਭ ਤੋਂ ਵੱਡਾ ਚਮਤਕਾਰੀ ਹੈ। ਉਹ ਕਿਵੇਂ ਹੈ ਕਿ ਆਪਾਂ ਇਸ ਸਰੀਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਉਸੇ ਪ੍ਰਸ਼ਾਦੇ ਪਾਣੀ ਦਾ ਇਹ ਜਿਹੜਾ ਸਰੀਰ ਹੈ ਸਾਨੂੰ ਖੂਨ ਬਣਾ ਕੇ ਦੇ ਦਿੰਦਾ ਹੈ। ਇਹ ਇੱਕ ਕਰਾਮਾਤ ਦੇ ਨਾਲੋਂ ਘੱਟ ਨਹੀਂ ਹੈ। ਦੂਸਰੀ ਕਰਾਮਾਤ ਸਰੀਰ ਦੀ ਇਹ ਹੈ ਕਿ ਦੁਨੀਆ ਦੇ ਅੰਦਰ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਬਿਨਾਂ ਚਲਾਇਆ ਚੱਲੇ, ਪਰ ਸਾਡੇ ਸਰੀਰ ਦਾ ਜਿਹੜਾ ਚੱਲਦੇ ਹੋਏ ਜਿਹੜੇ ਸਾਹ ਹਨ ਉਹ ਬਿਨਾਂ ਚਲਾਏ ਚੱਲਦੇ ਹਨ। ਇਸ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੈ। ਸਾਡਾ ਜਿਹੜਾ ਸਰੀਰ ਹੈ ਇੱਕ ਬੂੰਦ ਤੋਂ ਇੰਨਾ ਵਿਸ਼ਾਲ ਸਰੀਰ ਬਣ ਜਾਂਦਾ ਹੈ, ਇਸ ਦੇ ਨਾਲੋਂ ਕੋਈ ਵੱਡੀ ਕਰਾਮਾਤ ਨਹੀਂ ਹੈ। ਇੱਕ ਛੋਟੇ ਜਿਹੇ ਬੀਜ ਦੇ ਵਿੱਚੋਂ ਬਹੁਤ ਵੱਡਾ ਵਿਸ਼ਾਲ ਜਿਹੜਾ ਦਰਖਤ ਹੈ ਉਹ ਪੈਦਾ ਹੋ ਜਾਂਦਾ ਹੈ। ਇੱਕ ਕੋਈ ਵਿਗਿਆਨਿਕ ਉਸ ਨੇ ਇਹ ਖੋਜ ਵੀ ਕੀਤੀ ਸੀ। ਉਸ ਨੇ ਇੱਕ ਸ਼ੀਸ਼ੇ ਦੇ ਬਰਤਨ ਦੇ ਵਿੱਚ ਕੁਝ ਮਿੱਟੀ ਲਈ ਤੇ ਮਿੱਟੀ ਲੈ ਕਰਕੇ ਉਸ ਦੇ ਅੰਦਰ ਜਿਹੜਾ ਦਰਖਤ ਹੈ ਉਸ ਨੂੰ ਉਸ ਦਾ ਬੀਜ ਲਾਉਣਾ ਕੀਤਾ। ਉਸ ਨੇ ਇਹ ਸਾਰਾ ਜਿਹੜਾ ਬੀਜ ਦਾ ਭਾਰ ਸੀ, ਮਿੱਟੀ ਦਾ ਜਿਹੜਾ ਭਾਰ ਔਰ ਉਸ ਸ਼ੀਸ਼ੇ ਦੇ ਬਣੇ ਬਰਤਨ ਦਾ ਜਿਹੜਾ ਭਾਰ ਸੀ, ਉਹ ਸਾਰੇ ਨੂੰ ਪਹਿਲਾਂ ਤੋਲ ਲੈਣਾ ਕੀਤਾ।
ਉਸ ਨੇ ਕੁਝ ਮਹੀਨਿਆਂ ਬਾਅਦ ਇਹ ਦੇਖਣਾ ਕੀਤਾ ਕਿ ਉਸ ਨੇ ਪਾਣੀ ਵੀ ਜਿਹੜਾ ਉਸ ਨੂੰ ਤੋਲ ਮਿਣ ਕੇ ਪਾਉਣਾ ਕੀਤਾ। ਤੇ ਕੁਝ ਮਹੀਨਿਆਂ ਦੇ ਬਾਅਦ ਜਦੋਂ ਦਰਖਤ ਕੁਝ ਵੱਡਾ ਹੋਇਆ, ਉਸ ਨੇ ਸਭ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਸ਼ੀਸ਼ੇ ਦਾ ਭਾਰ ਤੋਲਿਆ, ਉਹ ਵੀ ਓਨਾ ਸੀ। ਮਿੱਟੀ ਦਾ ਭਾਰ ਕੁਝ ਘਟਿਆ ਹੋਇਆ ਸੀ, ਕਿਉਂਕਿ ਕੁਝ ਹਵਾ ਦੇ ਨਾਲ ਉੱਡ-ਪੁੱਡ ਵੀ ਗਈ ਹੋਣੀ ਹੈ। ਭਾਵ ਜਿਹੜੀ ਮਿੱਟੀ ਦਾ ਭਾਰ ਉਹ ਵੀ ਤਕਰੀਬਨ ਪੂਰਾ ਸੀ। ਉਸ ਨੇ ਇਹ ਇੱਕ ਨਿਯਮ ਲਿਖਿਆ ਕਿ ਜਿਹੜਾ ਸਭ ਕੁਝ ਪੈਦਾ ਹੁੰਦਾ ਹੈ ਉਹ ਉਸ ਛੋਟੇ ਜਿਹੇ ਬੀਜ ਦੀ ਹੀ ਉਪਜ ਹੈ। ਮਿੱਟੀ ਦਾ ਵਿੱਚ ਉਸ ਦੇ ਅੰਦਰ ਕੋਈ ਬਹੁਤ ਵੱਡਾ ਰੋਲ ਨਹੀਂ ਹੈ, ਕੋਈ ਆਸਰਾ ਨਹੀਂ ਹੈ। ਉਹ ਸਿਰਫ ਇੱਕ ਸਮੇਂ ਸਹਾਇਤਾ ਕਰਦੀ ਹੈ ਬੀਜ ਨੂੰ ਵੱਡਾ ਹੋਣ ਦੇ ਲਈ, ਪਰ ਇਹ ਨਹੀਂ ਹੈ ਕਿ ਉਸ ਦੀ ਜਿਹੜੀ ਤਾਕਤ ਹੈ ਜਾਂ ਉਸ ਮਿੱਟੀ ਦਾ ਜਿਹੜਾ ਆਪਣਾ ਸਰੂਪ ਉਹ ਬੀਜ ਦੇ ਵਿੱਚ ਨਹੀਂ ਪੈਂਦਾ। ਇਸ ਲਈ ਇੱਕ ਬੀਜ ਤੋਂ ਇੰਨਾ ਵੱਡਾ ਬੋੜ ਦਾ ਦਰਖਤ ਖੜਾ ਹੋ ਜਾਣਾ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਸਾਡਾ ਜਿਹੜਾ ਸਰੀਰ ਹੈ, ਇਸ ਸਰੀਰ ਦੇ ਵਿੱਚੋਂ ਜਿਹੜਾ ਮੁੜਕਾ ਨਿਕਲਣਾ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਧਰਮ ਦੀ ਜਿਹੜੀ ਦੁਨੀਆ ਹੈ ਉਸ ਦੀ ਤਾਂ ਵੱਖਰੀ ਖੇਡ ਹੈ। ਤੇ ਜਦੋਂ ਅਸੀਂ ਗੁਰੂ ਸਾਹਿਬਾਨ ਜੀ ਦਾ ਜੀਵਨ ਪੜ੍ਹ ਕੇ ਵੇਖਦੇ ਹਾਂ, ਇੱਕ ਤਾਂ ਆਪਾਂ ਪਿੱਛੇ ਵਿਚਾਰ ਕਰਾਮਾਤ ਸੁਣ ਆਏ ਹਾਂ ਕਿ ਸਤਿਗੁਰੂ ਸਾਹਿਬ ਜੀ ਨੇ ਵੈਸਾਖੀ ਦੇ ਦਿਹਾੜੇ ਵਿੱਚ 5 ਪਿਆਰਿਆਂ ਦੇ ਸੀਸ ਧੜ ਤੋਂ ਜੁਦਾ ਕਰਕੇ ਅੰਮ੍ਰਿਤ ਦੇ ਛਿੱਟੇ ਮਾਰ ਕਰਕੇ ਉਹਨਾਂ ਨੂੰ ਜਿਉਂਦਾ ਕੀਤਾ। ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। 7 ਸਾਲ 9 ਸਾਲ ਦੇ ਬੱਚੇ ਜਿਨ੍ਹਾਂ ਨੂੰ ਦੁਨੀਆ ਦੀ ਨਜ਼ਰਾਂ ਦੇ ਵਿੱਚ ਖੇਡਣ ਦੀ ਉਮਰ ਸੀ, ਉਸ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਾ ਜਾਮ ਪੀਤਾ। ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਤੇ ਜਿਨ੍ਹਾਂ ਜਲਾਦਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੀਸ ਨੂੰ ਧੜ ਤੋਂ ਜੁਦਾ ਕੀਤਾ ਸੀ, ਉਹਨਾਂ ਨੂੰ ਪਤਾ ਸੀ ਕਿ ਇਹ ਗੁਰੂ ਚਮਤਕਾਰੀ ਹੈ। ਹੋ ਸਕਦਾ ਹੈ ਕਿ ਇਹ ਆਪਣਾ ਸੀਸ ਆਪਣਾ ਸਰੀਰ ਗਾਇਬ ਕਰ ਲੈਣ। ਉਹਨਾਂ ਨੇ ਕੀ ਕੀਤਾ ਕਿ ਸਤਿਗੁਰੂ ਸਾਹਿਬ ਜੀ ਨੇ ਜਦੋਂ ਆਪਣਾ ਪਾਵਨ ਸੀਸ ਝੁਕਾਇਆ ਤੇ ਉਹਨਾਂ ਜਲਾਦਾਂ ਨੇ ਕੀ ਕੀਤਾ ਕਿ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਪਰ ਜਿਹੜੀ ਕਿਰਪਾਨ ਚਲਾਉਣ ਤੋਂ ਪਹਿਲਾਂ ਇੱਕ ਧਾਗਾ ਰੱਖਿਆ ਗਿਆ ਧੌਣ ਦੇ ਉੱਪਰ, ਕਿ ਪਤਾ ਲੱਗ ਸਕੇ ਕਿ ਇਹ ਜਿਹੜਾ ਸੀਸ ਹੈ ਇਹ ਕਿਰਪਾਨ ਦੇ ਨਾਲ ਜੁਦਾ ਹੋਇਆ ਹੈ ਜਾਂ ਕਰਾਮਾਤ ਦੇ ਨਾਲ। ਤੇ ਜਦੋਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਗਰਦਨ ਦੇ ਉੱਪਰ ਸ੍ਰੀ ਸਾਹਿਬ ਚਲਾਈ ਗਈ ਤੇ ਉਸ ਵੇਲੇ ਉਹ ਜਿਹੜਾ ਧਾਗਾ ਹੈ ਉਹ ਸਾਬਤ ਦਾ ਸਾਬਤ ਰਿਹਾ। ਭਾਵ ਜਿਹੜਾ ਧਾਗਾ ਹੈ ਉਹ ਕੱਟਿਆ ਨਹੀਂ ਗਿਆ। ਜਿਹੜਾ ਸੀਸ ਹੈ ਉਹ ਆਪਣੇ ਆਪ ਧੜ ਤੋਂ ਜੁਦਾ ਹੋ ਗਿਆ। ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਬਾਬਾ ਦੀਪ ਸਿੰਘ ਜੀ ਦੇ ਸੀਸ ਤੋਂ ਬਿਨਾਂ ਜੰਗ ਲੜਨੀ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਇਸ ਲਈ ਸਤਿਗੁਰੂ ਸਾਹਿਬ ਜੀ ਵੀ ਕਰਾਮਾਤਾਂ ਦੇ ਆਪ ਜਿਹੜੇ ਕੌਤਕ ਹਨ ਉਹਨਾਂ ਨੂੰ ਵਰਤਾਉਂਦੇ ਰਹੇ ਆ। ਇਸੇ ਪ੍ਰਕਾਰ ਹੀ ਜਦੋਂ ਦਸਤਗੀਰ ਦਾ ਇਹ ਕੌਤਕ ਹੋਇਆ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਬਹੁਤ ਵੱਡੀ ਕਰਾਮਾਤ ਸਤਿਗੁਰਾਂ ਨੇ ਦਿਖਲਾਈ।
ਪਾਤਾਲਾਂ ਆਕਾਸ਼ ਲਖ ਊੜਕ ਭਾਲੀ ਖਬਰ ਸੁਨਾਈ। ਫੇਰ ਦੁਰਾਇਣ ਦਸਤਗੀਰ ਅਸੀਂ ਵੀ ਵੇਖਾ ਜੋ ਤੁਹ ਪਾਈ। ਸਤਿਗੁਰੂ ਸਾਹਿਬ ਜੀ ਨੂੰ ਆਖਣ ਲੱਗੇ ਕਿ ਇਹ ਸਾਨੂੰ ਵੀ ਵਿਖਾਉਣਾ ਕਰ ਕਿ ਲੱਖਾਂ ਪਤਾਲ ਕਿੱਥੇ ਹਨ, ਲੱਖਾਂ ਆਕਾਸ਼ ਕਿੱਥੇ ਹਨ। ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਨਾਲ ਫਿਰ ਦਸਤਗੀਰ ਦੇ ਬੇਟੇ ਨੂੰ ਲੈਣਾ ਕੀਤਾ ਤੇ ਬਹੁਤ ਜਲਦੀ ਹਵਾ ਦੀ ਤੇਜ਼ੀ ਦੇ ਵਾਂਗ ਸਤਿਗੁਰੂ ਸਾਹਿਬ ਜੀ ਉੱਥੋਂ ਗਾਇਬ ਹੋ ਗਏ। ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਇੱਧਰ ਤਾਂ ਦਸਤਗੀਰ ਨੂੰ ਇਸ ਮਾਤ ਲੋਕ ਦੇ ਵਿੱਚ ਤਾਂ ਕਈ ਵਰੇ ਬੀਤ ਗਏ ਤੇ ਉਧਰ ਸਤਿਗੁਰੂ ਸਾਹਿਬ ਜੀ ਨੇ ਇੱਕ ਅੱਖ ਦੇ ਫੋਰ ਦੇ ਨਾਲ ਦਸਤਗੀਰ ਦੇ ਬੇਟੇ ਨੂੰ ਸਭ ਕੁਝ ਦਿਖਾ ਦੇਣਾ ਕੀਤਾ। ਪਰ ਚਕਚੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨਾ ਛਪੈ ਛਪਾਈ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਸੰਸਾਰ ਦੇ ਅੰਦਰ ਪ੍ਰਗਟ ਹੀ ਕਲਾ ਹੈ, ਸ਼ਕਤੀ ਹੈ, ਇਸ ਨੂੰ ਛੁਪਾਇਆ ਨਹੀਂ ਜਾ ਸਕਦਾ। ਅੱਜ ਜਿਹੜੇ ਮੁਸਲਮਾਨ ਵੀਰ ਹਨ, ਹਿੰਦੂ ਵੀਰ ਹਨ, ਉਹ ਤਾਂ ਸਤਿਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ, ਸਤਿਗੁਰੂ ਸਾਹਿਬ ਜੀ ਦੇ ਕੌਤਕਾਂ ਦੇ ਉੱਪਰ ਸ਼ੰਕਾ ਕਰਦੇ ਨਹੀਂ। ਪਰ ਅੱਜ ਇੱਕ ਸਿੱਖ ਹੈ ਜੋ ਗੁਰੂ ਦੇ ਪ੍ਰਤੀ ਭੈ ਭਾਵਨਾ ਰੱਖਣੀ ਉਸ ਨੂੰ ਬੰਦ ਕਰਦਾ ਫਿਰਦਾ ਹੈ। ਸਾ ਹੈ ਕਿ ਇਹ ਜਿਹੜੀ ਪਾਵਨ ਗੁਰਬਾਣੀ ਹੈ ਇਹ ਸਿਰਫ ਅੱਖਰ ਹਨ ਜਾਂ ਇਹ ਇੱਕ ਕਿਤਾਬ ਹੈ, ਔਰ ਇਹ ਜਿਹੜੀ ਵਿਚਾਰ ਹੈ ਇਸ ਨੂੰ ਕਈ ਲੋਕ ਸਮੇਂ-ਸਮੇਂ ਅਨੁਸਾਰ ਸਾਬਤ ਵੀ ਕਰ ਦਿੰਦੇ ਆ ਕਿ ਅਸੀਂ ਜਿਹੜਾ ਪਾਵਨ ਗੁਰਬਾਣੀ ਦਾ ਪਾਠ ਕਰਦੇ ਆ, ਕੀਰਤਨ ਕਰਦੇ ਆ, ਉਹ ਪੈਸੇ ਲਈ ਕਰਦੇ ਆ। ਸਾਨੂੰ ਗੁਰੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਲਈ ਗੁਰੂ ਦੇ ਪਾਵਨ ਸਰੂਪ ਦੇ ਲਈ ਇਹ ਜਿਹੜੇ ਬਚਨ ਹਨ ਕਿ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਇਸ ਪਾਵਨ ਗ੍ਰੰਥ ਨੂੰ ਗੁਰੂ ਕੀ ਜੋਤ ਕਰਕੇ ਮੰਨਣਾ ਇਹ ਸਾਡੇ ਲਈ ਬਹੁਤ ਲਾਜ਼ਮੀ ਹੈ। ਨਹੀਂ ਤਾਂ ਗੁਰੂ ਦੀ ਜੇ ਨਦਰ ਉਪੱਠੀ ਹੋ ਜਾਵੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਅਸੀਂ ਇਸ ਗੱਲ ਦੀ ਵਿਚਾਰ ਜ਼ਰੂਰ ਮਨ ਦੇ ਅੰਦਰ ਧਾਰਨ ਕਰਕੇ ਰੱਖੀਏ ਕਿ ਇਹ ਜਿਹੜਾ ਪੈਸਾ ਹੈ, ਧਨ ਦੌਲਤ ਹੈ, ਇਹ ਸਾਡੇ ਲਈ ਰੋਜ਼ਗਾਰ ਹੋ ਸਕਦਾ ਹੈ, ਸਾਡੀਆਂ ਸਰੀਰਕ ਲੋੜਾਂ ਹੋ ਸਕਦੀਆਂ ਨੇ। ਪਰ ਗੁਰੂ ਦਾ ਜਿਹੜਾ ਦਰ ਹੈ, ਪ੍ਰੇਮਾ ਭਗਤੀ ਹੈ, ਇਸ ਨੂੰ ਅਸੀਂ ਮਨ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਕੋਲੋਂ ਜ਼ਰੂਰ ਮੰਗਣਾ ਕਰੀਏ। ਇਸ ਦੇ ਨਾਲ ਹੀ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਰਹਿੰਦੀ ਹੋਈ ਗੁਰ ਪ੍ਰਸਾਦ ਦੀ ਵਿਚਾਰ ਕੱਲ ਦੇ ਦਿਨ ਵਿਚਾਰਨ ਦਾ ਯਤਨ ਕਰਾਂਗੇ। ਫਤਿਹ ਬੁਲਾ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।